ਥੈਂਕ ਯੂ ਜੀਸਸ। ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਵੈਲਕਮ ਕਰਦਾ ਹਾਂ ਵਰਸ ਬਾਏ ਵਰਸ ਬਾਈਬਲ ਸਟੱਡੀ ਦੇ ਵਿੱਚ। ਅਤੇ ਅੱਜ ਆਪਾਂ ਮੱਤੀ ਦੀ ਇੰਜੀਲ ਉਸ ਦਾ ਅਧਿਆਇ 6 ਵਚਨ 9 ਤੋਂ ਲੈ ਕੇ 13 ਤੱਕ ਦੇਖਾਂਗੇ। ਅਤੇ ਅੱਜ ਦੇ ਮੈਸੇਜ ਦਾ ਟਾਈਟਲ ਆ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ, ਦ ਰਾਈਟ ਵੇ ਟੂ ਪ੍ਰੇਅਰ। ਸੋ ਮੱਤੀ ਦੀ ਇੰਜੀਲ ਅਧਿਆਇ 6 ਵਚਨ 9 ਤੋਂ ਲੈ ਕੇ 13 ਦੇ ਵਿੱਚ ਅਸੀਂ ਪ੍ਰਭੂ ਦੀ ਪ੍ਰਾਰਥਨਾ ਨੂੰ ਦੇਖਦੇ ਹਾਂ, ਜੋ ਇਸ ਤਰ੍ਹਾਂ ਆ। ਯੀਸ਼ੂ ਮਸੀਹ ਨੇ ਕਿਹਾ, ਸੋ ਤੁਸੀਂ ਇਸ ਬਿੱਧ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਉਸੇ ਤਰ੍ਹਾਂ ਇਸ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ, ਸਗੋਂ ਬੁਰਾਈ ਤੋਂ ਬਚਾ। ਆਮੀਨ। ਸੋ ਅਧਿਆਇ 6 ਦੇ ਵਿੱਚ ਅਸੀਂ ਇਹ ਪ੍ਰਾਰਥਨਾ ਨੂੰ ਪਾਉਂਦੇ ਹਾਂ, ਅਤੇ ਬਹੁਤ ਵਾਰ ਇਸ ਨੂੰ ਪ੍ਰਭੂ ਦੀ ਪ੍ਰਾਰਥਨਾ ਕਿਹਾ ਜਾਂਦਾ ਹੈ, ਕਿਉਂਕਿ ਇਹ ਪ੍ਰਭੂ ਦੇ ਦੁਆਰਾ ਸਿਖਾਈ ਗਈ। ਅਤੇ ਇਸ ਨੂੰ ਚੇਲਿਆਂ ਦੀ ਪ੍ਰਾਰਥਨਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਚੇਲਿਆਂ ਨੂੰ ਸਿਖਾਈ ਗਈ ਸੀ। ਸੋ ਅਸੀਂ ਇਸ ਮੈਸੇਜ ਨੂੰ ਟਾਈਟਲ ਦਿੱਤਾ ਆ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ, ਕਿਉਂਕਿ ਅਸੀਂ ਪਿਛਲੇ ਵੀਡੀਓ ਦੇ ਵਿੱਚ, ਪਿਛਲੀ ਕਲਾਸ ਦੇ ਵਿੱਚ ਦੇਖਿਆ ਸੀਗਾ ਕਿ ਯੀਸ਼ੂ ਮਸੀਹ ਨੇ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ ਗਲਤ ਪ੍ਰਾਰਥਨਾ ਨੂੰ ਦੱਸਿਆ ਸੀ, ਅਤੇ ਅਸੀਂ ਪਿਛਲੇ ਮੈਸੇਜ ਨੂੰ ਟਾਈਟਲ ਦਿੱਤਾ ਸੀ ਪ੍ਰਾਰਥਨਾ ਕਰਨ ਦਾ ਗਲਤ ਤਰੀਕਾ। ਸੋ ਯੀਸ਼ੂ ਮਸੀਹ ਨੇ ਪਿਛਲੀ ਵਾਰੀ ਪ੍ਰਾਰਥਨਾ ਕਰਨ ਦੇ ਉੱਤੇ ਦੋ ਗਲਤੀਆਂ ਦੇ ਉੱਤੇ ਧਿਆਨ ਦਿੱਤਾ ਸੀਗਾ। ਦੋ ਗਲਤੀਆਂ ਨੂੰ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਤੁਸੀਂ ਇਹ ਨਾ ਕਰਿਓ। ਨੰਬਰ 1 ਕਿ ਦਿਖਾਵੇ ਦੀ ਪ੍ਰਾਰਥਨਾ ਨਾ ਕਰਿਓ। ਨੰਬਰ 2 ਕਿ ਤੁਹਾਡੀ ਪ੍ਰਾਰਥਨਾ ਜਿਹੜੀ ਉਹ ਬਕ ਵਾਲੀ ਨਹੀਂ ਹੋਣੀ ਚਾਹੀਦੀ, ਕਿਉਂਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਆ। ਸੋ ਯੀਸ਼ੂ ਮਸੀਹ ਉੱਥੇ ਗਲਤ ਪ੍ਰਾਰਥਨਾ ਦੇ ਉੱਤੇ ਗੱਲ ਕਰਦੇ ਆਇਆ, ਅਤੇ ਯੀਸ਼ੂ ਮਸੀਹ ਹੁਣ ਸਹੀ ਰੀਤੀ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ ਸਿਖਾਉਣ ਜਾ ਰਿਹਾ। ਅਤੇ ਯੀਸ਼ੂ ਮਸੀਹ ਨੇ ਜਿਸ ਤਰ੍ਹਾਂ ਵਚਨ 9 ਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੁੰਦੀ ਆ ਕਿ ਸੋ ਤੁਸੀਂ ਇਸ ਬਿੱਧ ਪ੍ਰਾਰਥਨਾ ਕਰੋ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਕਪਟੀਆਂ ਦੇ ਵਾਂਗੂ ਨਹੀਂ ਜਿਹੜੇ ਸਮਾਜਾਂ 'ਚ ਖੜੇ ਹੋ ਕੇ ਪ੍ਰਾਰਥਨਾ ਕਰਦੇ ਆ। ਤੁਸੀਂ ਇਸ ਬਿੱਧ ਪ੍ਰਾਰਥਨਾ ਕਰੋ, ਇਸ ਤਰ੍ਹਾਂ ਪ੍ਰਾਰਥਨਾ ਕਰੋ। ਅਤੇ ਬਹੁਤ ਵਾਰੀ ਅਸੀਂ ਸੋਚਦੇ ਹਾਂ ਕਿ ਸਾਨੂੰ ਪ੍ਰਾਰਥਨਾ ਕਰਨ ਦੀ ਕੀ ਲੋੜ ਆ, ਜੇਕਰ ਸਾਡਾ ਸਵਰਗੀ ਪਿਤਾ ਸਾਰਾ ਕੁਝ ਜਾਣਦਾ ਹੀ ਆ, ਜਿਸ ਤਰ੍ਹਾਂ ਵਚਨ 8 ਦੇ ਵਿੱਚ ਲਿਖਿਆ ਆ। ਸੋ ਅਸੀਂ ਸੋਚਦੇ ਕਿ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਆ, ਕਿਉਂਕਿ ਸਾਡਾ ਸਵਰਗੀ ਪਿਤਾ ਜਾਣਦਾ ਆ। ਪਰ ਯੀਸ਼ੂ ਮਸੀਹ ਇੱਥੇ ਕੀ ਸਿਖਾ ਰਿਹਾ? ਕਹਿੰਦਾ ਤੁਹਾਡਾ ਸਵਰਗੀ ਪਿਤਾ ਸਾਰਾ ਕੁਝ ਜਾਣਦਾ, ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ। ਸੋ ਤੁਸੀਂ ਇਸ ਬਿੱਧ ਪ੍ਰਾਰਥਨਾ ਕਰੋ। ਸੋ ਯੀਸ਼ੂ ਮਸੀਹ ਸਿਖਾਉਂਦੇ ਕਿਉਂਕਿ ਤੁਹਾਡਾ ਸਵਰਗੀ ਪਿਤਾ ਸਾਰਾ ਕੁਝ ਜਾਣਦਾ ਹੈ, ਇਸ ਲਈ ਤੁਸੀਂ ਪ੍ਰਾਰਥਨਾ ਕਰੋ। ਕਿਉਂਕਿ ਬਾਈਬਲ ਸਾਨੂੰ ਸਿਖਾਉਂਦੀ ਆ ਕਿ ਪਰਮੇਸ਼ਰ ਨੇ ਨਿਯਮ ਠਹਿਰਾਇਆ ਆ ਕਿ ਜਦੋਂ ਪਰਮੇਸ਼ਰ ਦੇ ਲੋਕ ਉਸ ਦੇ ਅੱਗੇ ਪ੍ਰਾਰਥਨਾ ਕਰਦੇ, ਪਰਮੇਸ਼ਰ ਉਹਨਾਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ। ਹਾਲੇਲੂਇਆ। ਕਿਉਂਕਿ ਅਸੀਂ ਪੂਰੀ ਬਾਈਬਲ ਦੇ ਵਿੱਚ ਇਹ ਦੇਖਦੇ ਹਾਂ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ। ਅਸੀਂ ਗੱਲ ਕਰੀਏ ਹਿਜ਼ਕੀਏਲ ਦੀ, ਪਰਮੇਸ਼ਰ ਨੇ ਪ੍ਰਾਰਥਨਾ ਸੁਣ ਕੇ ਉਹਦੀ 15 ਸਾਲ ਉਮਰ ਵਧਾਈ। ਅਸੀਂ ਗੱਲ ਕਰੀਏ ਹੰਨਾ ਦੀ, ਪਰਮੇਸ਼ਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣ ਕੇ ਉਸ ਨੂੰ ਇੱਕ ਪੁੱਤਰ ਦਿੱਤਾ। ਅਸੀਂ ਗੱਲ ਕਰੀਏ ਇਜ਼ਰਾਈਲੀ ਲੋਕਾਂ ਦੀ, ਪਰਮੇਸ਼ਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ, ਉਹਨਾਂ ਦੇ ਖਰਾਉਣ ਨੂੰ ਸੁਣਿਆ ਅਤੇ ਆਪਣੇ ਦਾਸ ਮੂਸਾ ਨੂੰ ਘੱਲਿਆ ਉਹਨਾਂ ਨੂੰ ਛਡਾਉਣ ਦੇ ਲਈ। ਅਸੀਂ ਪ੍ਰਾਰਥਨਾ ਕਰੀਏ, ਗੱਲ ਕਰੀਏ ਯਾਕੂਬ ਦੀ, ਤਾਂ ਪਰਮੇਸ਼ਰ ਨੇ ਯਾਕੂਬ ਦੀ ਪ੍ਰਾਰਥਨਾ ਨੂੰ ਸੁਣ ਕੇ ਉਸ ਦੀ ਪਤਨੀ ਨੂੰ ਗਰਭਵਤੀ ਕੀਤਾ। ਸੋ ਪੂਰੀ ਬਾਈਬਲ ਭਰੀ ਹੋਈ ਆ ਕਿ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਹਾਣੀਆਂ ਦੇ ਵਿੱਚ, ਸਟੋਰੀਜ਼ ਦੇ ਵਿੱਚ, ਕਿ ਪਰਮੇਸ਼ਰ ਦੇ ਅੱਗੇ ਜਦੋਂ ਵੀ ਲੋਕਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ। ਅਤੇ ਜਦੋਂ ਅਸੀਂ ਯਾਕੂਬ ਦੀ ਪੱਤਰੀ ਉਸ ਦਾ ਅਧਿਆਇ 5 ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਧਰਮੀ ਪੁਰਖ ਦੀ ਪ੍ਰਾਰਥਨਾ ਤੋਂ, ਬੇਨਤੀ ਤੋਂ ਬਹੁਤ ਅਸਰ ਹੁੰਦਾ ਆ। ਇਸ ਦਾ ਮਤਲਬ ਕਿ ਪ੍ਰਾਰਥਨਾ ਬਹੁਤ ਇਫੈਕਟਿਵ ਆ। ਅਤੇ ਜੇਕਰ ਅਸੀਂ ਪ੍ਰਾਰਥਨਾ ਨਹੀਂ ਕਰਦੇ, ਇਸ ਦਾ ਮਤਲਬ ਕੋਈ ਉੱਤਰ ਨਹੀਂ ਆ, ਕਿਉਂਕਿ ਪ੍ਰਾਰਥਨਾ ਉੱਤਰ ਨੂੰ ਲੈ ਕੇ ਆਉਂਦੀ ਆ। ਅਤੇ ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਉਦੋਂ ਅਸੀਂ ਇਸ ਗੱਲ ਨੂੰ ਕਨਫੈਸ ਕਰਦੇ ਹੁੰਦੇ ਕਿ ਪਰਮੇਸ਼ਰ ਮੈਂ ਤੇਰੇ ਉੱਤੇ ਨਿਰਭਰ ਹਾਂ। ਪ੍ਰਭੂ ਮੈਂ ਆਪਣੇ ਆਪ ਤੋਂ ਨਹੀਂ ਕਰ ਸਕਦਾ, ਪਰ ਮੈਂ ਤੇਰੇ ਉੱਤੇ ਡਿਪੈਂਡ ਆ। ਮੈਨੂੰ ਪਤਾ ਤੂੰ ਸਭ ਕੁਝ ਕਰ ਸਕਦਾ, ਕਿਉਂਕਿ ਤੂੰ ਸਰਵ ਸ਼ਕਤੀਮਾਨ ਆਲਮਾਈਟੀ ਪਰਮੇਸ਼ਰ ਹੈ। ਹਾਲੇਲੂਇਆ। ਸੋ ਪ੍ਰਾਰਥਨਾ ਸਾਨੂੰ ਪਰਮੇਸ਼ਰ ਦੇ ਉੱਤੇ ਨਿਰਭਰ ਕਰਦੀ ਹੈ, ਸਾਡਾ ਪ੍ਰਭੂ ਦੇ ਉੱਤੇ ਭਰੋਸਾ ਵਧਾਉਂਦੀ ਆ। ਅਤੇ ਪ੍ਰਾਰਥਨਾ ਇੱਕ ਨਿਯਮ ਆ ਪਰਮੇਸ਼ਰ ਨੇ ਠਹਿਰਾਇਆ ਕਿ ਜਦੋਂ ਅਸੀਂ ਉਸ ਦੇ ਅੱਗੇ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਰ ਸਾਡੀ ਸੁਣੇਗਾ। ਇਸ ਲਈ ਪਰਮੇਸ਼ਰ ਨੇ, ਜਦੋਂ ਅਸੀਂ ਜ਼ਬੂਰਾਂ ਦੇ ਵਿੱਚ ਪੜ੍ਹਦੇ ਹਾਂ, ਉਹ ਕਹਿੰਦਾ ਕਿ ਆਪਣੇ ਦੁੱਖਾਂ ਦੇ ਦਿਨਾਂ ਦੇ ਵਿੱਚ ਮੈਨੂੰ ਪੁਕਾਰ ਤਾਂ ਮੈਂ ਤੈਨੂੰ ਛੁਡਾਵਾਂਗਾ ਤੇ ਤੂੰ ਮੇਰੀ ਵਡਿਆਈ ਕਰੇਂਗਾ। ਹਾਲੇਲੂਇਆ। ਸੋ ਇੱਥੇ ਅਸੀਂ ਦੇਖਦੇ ਯੀਸ਼ੂ ਮਸੀਹ ਸਿਖਾਉਂਦੇ ਆ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ। ਅਤੇ ਯੀਸ਼ੂ ਮਸੀਹ ਕਹਿੰਦੇ ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਇਸ ਰੀਤੀ ਦੇ ਨਾਲ ਪ੍ਰਾਰਥਨਾ ਕਰ। ਅਤੇ ਪ੍ਰਾਰਥਨਾ ਦੀ ਸ਼ੁਰੂਆਤ ਯੀਸ਼ੂ ਮਸੀਹ ਨੇ ਕਿੱਦਾਂ ਕੀਤੀ? ਯੀਸ਼ੂ ਮਸੀਹ ਕਹਿੰਦੇ ਏਦਾਂ ਕਹੋ ਕਿ ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ। ਯੀਸ਼ੂ ਮਸੀਹ ਨੇ ਏਦਾਂ ਨਹੀਂ ਸਿਖਾਇਆ ਕਿ ਕਹੋ ਹੇ ਮੇਰੇ ਪਿਤਾ।
ਯਿਸੂ ਮਸੀਹ ਕਹਿੰਦੇ ਕਹੋ ਹੇ ਸਾਡੇ ਪਿਤਾ। ਇਹ ਪ੍ਰਾਰਥਨਾ ਜਿਹੜੀ ਪਲੂਰੈਲਿਟੀ ਦੇ ਵਿੱਚ ਆ, ਬਹੁਵਚਨ ਦੇ ਵਿੱਚ ਆ, ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਖੁਦ ਦੇ ਬਾਰੇ ਨਾ ਗੱਲ ਕਰੀ ਜਾਓ। ਤੁਸੀਂ ਇੱਕ ਪਰਿਵਾਰ ਹੋ, ਤੁਸੀਂ ਸਾਰੇ ਪਰਮੇਸ਼ਰ ਦੇ ਧੀਆਂ ਪੁੱਤਰ ਹੋ ਜਿੰਨੇ ਉਹਦੇ ਤੇ ਵਿਸ਼ਵਾਸ ਕਰਦੇ ਹੋ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਯਹੋਨਾ ਦੀ ਇੰਜੀਲ ਉਸ ਦਾ ਅਧਿਆਇ 1:12 ਦੇ ਵਿੱਚ ਕਿ ਜਿਨ੍ਹਾਂ ਨੇ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਉਹਨਿਆਂ ਨੂੰ ਉਹਨੇ ਯਿਸੂ ਮਸੀਹ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ, ਪਰਮੇਸ਼ਰ ਦੇ ਧੀਆਂ ਪੁੱਤਰ ਹੋਣ ਦਾ ਹੱਕ ਦਿੱਤਾ। ਸੋ ਅਸੀਂ ਸਾਰੇ ਪਰਮੇਸ਼ਰ ਦੇ ਬੱਚੇ ਹਾਂ ਜਿੰਨੇ ਵਿਸ਼ਵਾਸ ਕਰਦੇ ਹਾਂ। ਅਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ, ਅਸੀਂ ਪ੍ਰਾਰਥਨਾ ਕਿੱਦਾਂ ਕਰਨੀ ਯਿਸੂ ਮਸੀਹ ਨੇ ਸਿਖਾਇਆ। ਕਹਿੰਦਾ ਪ੍ਰਾਰਥਨਾ ਕਰੋ ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ। ਇਸ ਗੱਲ ਨੂੰ ਅੰਡਰਸਟੈਂਡ ਕਰੋ ਕਿ ਅਸੀਂ ਧਰਤੀ ਦੇ ਉੱਤੇ ਹਾਂ ਅਤੇ ਪਰਮੇਸ਼ਰ ਸਵਰਗ ਦੇ ਵਿੱਚ ਆ, ਅਤੇ ਉਹ ਸਾਡਾ ਪਰਮੇਸ਼ਰ ਕਿੰਨਾ ਮਹਾਨ ਆ। ਭਾਵੇਂ ਕਿ ਉਹ ਸਵਰਗ ਦੇ ਵਿੱਚ ਆ, ਪਰ ਉਹ ਸਵਰਗ ਤੋਂ ਸਾਡੀ ਪ੍ਰਾਰਥਨਾ ਨੂੰ ਸੁਣਦਾ ਆ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਸਵਰਗ ਤੋਂ ਆਪਣੇ ਸਿੰਘਾਸਨ ਤੋਂ ਸਾਡੀ ਪ੍ਰਾਰਥਨਾ ਦੇ ਉੱਤੇ ਕੰਨ ਲਗਾਉਂਦਾ ਆ। ਉਹ ਸਾਡੇ ਨਾਲ ਪਿਆਰ ਕਰਨ ਵਾਲਾ ਪਰਮੇਸ਼ਰ, ਸਾਡੀ ਗੱਲ ਦੇ ਉੱਤੇ ਧਿਆਨ ਦੇਣ ਵਾਲਾ ਪਰਮੇਸ਼ਰ ਆ। ਹਾਲੇਲੂਇਆ। ਸੋ ਯਿਸੂ ਮਸੀਹ ਕਹਿੰਦਾ ਇਹ ਦੋ ਚੀਜ਼ਾਂ ਨੂੰ ਧਿਆਨ 'ਚ ਰੱਖੋ ਕਿ ਪਰਮੇਸ਼ਰ ਸਵਰਗ ਦੇ ਵਿੱਚ ਆ ਅਤੇ ਪਰਮੇਸ਼ਰ ਤੁਹਾਡਾ ਪਿਤਾ ਆ। ਤੁਹਾਡਾ ਰਿਲੇਸ਼ਨ ਆ ਪਰਮੇਸ਼ਰ ਦੇ ਨਾਲ, ਉਹ ਤੁਹਾਡਾ ਪਿਤਾ, ਤੁਸੀਂ ਉਸਦੇ ਬੱਚੇ ਹੋ। ਅਤੇ ਇੱਥੇ ਯਿਸੂ ਮਸੀਹ ਹੁਣ 6 ਪੁਆਇੰਟਸ ਸਿਖਾਉਂਦੇ ਆ ਪ੍ਰਾਰਥਨਾ ਦੇ ਬਾਰੇ। 3 ਪੁਆਇੰਟ ਜਿਹੜੇ ਆ ਉਹ ਪਰਮੇਸ਼ਰ ਦੇ ਨਾਲ ਜੁੜੇ ਪਏ ਆ ਅਤੇ 3 ਪੁਆਇੰਟ ਜਿਹੜੇ ਆ ਉਹ ਮਨੁੱਖ ਦੇ ਨਾਲ ਜੁੜੇ ਪਏ ਆ। ਅਤੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਆ ਯਿਸੂ ਮਸੀਹ ਨੇ ਸਿਖਾਇਆ, ਕਹਿੰਦੇ ਕਿ ਪ੍ਰਾਰਥਨਾ ਕਰੋ ਕਿ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਨਾਮ ਪਾਕ ਮੰਨਿਆ ਜਾਵੇ। ਸੋ ਨੰਬਰ 1 ਪੁਆਇੰਟ ਕੀ ਆ ਜਦੋਂ ਅਸੀਂ ਪਿਤਾ ਦੇ ਨਾਲ ਜੁੜ ਕੇ ਪ੍ਰਾਰਥਨਾ ਕਰਦੇ ਹਾਂ? ਇਹ ਰਾਜ ਦੇ ਬਾਰੇ ਪ੍ਰਾਰਥਨਾ ਆ, ਪਰਮੇਸ਼ਰ ਦੇ ਰਾਜ ਦੇ ਬਾਰੇ। ਸੋ ਪਹਿਲਾ ਪੁਆਇੰਟ ਕੀ ਆ ਕਿ ਪ੍ਰਭੂ ਤੇਰਾ ਨਾਮ, ਪਿਤਾ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਕਿਉਂਕਿ ਅੱਜ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਪਵਿੱਤਰ ਨਹੀਂ ਮੰਨਿਆ ਜਾਂਦਾ। ਅੱਜ ਸੰਸਾਰ ਪਰਮੇਸ਼ਰ ਦੇ ਨਾਮ ਦਾ ਮਜ਼ਾਕ ਉਡਾਉਂਦਾ, ਚੁਟਕਲੇ ਬਣਾਉਂਦਾ, ਪਰਮੇਸ਼ਰ ਦੇ ਨਾਮ ਨੂੰ ਵਿਅਰਥ ਲੈਂਦੇ, ਪਰਮੇਸ਼ਰ ਦੇ ਨਾਮ ਦੀ ਸੌਹਾਂ ਖਾਂਦੇ, ਪਰਮੇਸ਼ਰ ਦੇ ਨਾਮ ਦਾ ਇਸਤੇਮਾਲ ਕਰਦੇ ਆ। ਪਰ ਪਰਮੇਸ਼ਰ ਦਾ ਨਾਮ ਯੂਨੀਕ ਆ, ਪਰਮੇਸ਼ਰ ਦਾ ਨਾਮ ਅਦਭੁਤ ਆ, ਵੰਡਰਫੁਲ ਆ। ਸੋ ਪ੍ਰਾਰਥਨਾ ਕਹਿੰਦਾ ਯਿਸੂ ਮਸੀਹ ਕਹਿੰਦੇ ਪ੍ਰਾਰਥਨਾ ਕਰੋ ਕਿ ਪਿਤਾ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਅਤੇ ਨਾਮ ਦਾ ਮਤਲਬ ਪਰਮੇਸ਼ਰ ਦਾ ਚਰਿੱਤਰ ਆ, ਪਰਮੇਸ਼ਰ ਦੀ ਰੈਪੂਟੇਸ਼ਨ ਆ ਕਿ ਪ੍ਰਭੂ ਤੂੰ ਜਿੱਦਾਂ ਦਾ ਹੈ, ਤੂੰ ਭਲਾ ਆ, ਤੂੰ ਦਿਆਲੂ ਆ, ਤੂੰ ਜਸਟਿਸ ਆ। ਤੇਰਾ ਨਾਮ ਜਿਹੜਾ ਪਵਿੱਤਰ ਮੰਨਿਆ ਜਾਵੇ। ਜਿੱਦਾਂ ਤੂੰ ਹੈ, ਜਿੱਦਾਂ ਦਾ ਤੂੰ ਹੈ, ਉਦਾਂ ਦਾ ਧਰਤੀ ਦੇ ਉੱਤੇ ਤੈਨੂੰ ਰਿਪਰੈਜ਼ੈਂਟ ਕੀਤਾ ਜਾਵੇ। ਹਾਲੇਲੂਇਆ। ਸੋ ਪਹਿਲਾ ਪੁਆਇੰਟ ਆ ਯਿਸੂ ਮਸੀਹ ਸਿਖਾਉਂਦੇ ਕਿ ਪਿਤਾ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਨਾਮ ਯੂਨੀਕ ਮੰਨਿਆ ਜਾਵੇ, ਅਲੱਗ ਮੰਨਿਆ ਜਾਵੇ, ਕਿਉਂਕਿ ਤੂੰ ਯੂਨੀਕ ਹੈ, ਤੇਰਾ ਨਾਮ ਯੂਨੀਕ ਹੈ। ਅਤੇ ਦੂਸਰਾ ਪੁਆਇੰਟ ਜਿਹੜਾ ਆ ਉਹ ਇਹ ਆ ਕਿ ਪ੍ਰਾਰਥਨਾ ਕਰੋ ਕਿ ਪ੍ਰਭੂ ਤੇਰਾ ਰਾਜ ਆਵੇ। ਗੱਲ ਦੂਸਰੇ ਨੰਬਰ ਦੇ ਉੱਤੇ ਜਦੋਂ ਯਿਸੂ ਮਸੀਹ ਦੂਸਰੇ ਪੁਆਇੰਟ ਨੂੰ ਛੂਹਦੇ ਤਾਂ ਰਾਜ ਦੇ ਉੱਤੇ ਗੱਲ ਕਰਦੇ ਕਿ ਪਿਤਾ ਤੇਰਾ ਰਾਜ ਆਵੇ। ਜੇਕਰ ਅਸੀਂ ਇੱਕ ਤਰੀਕੇ ਨਾਲ ਦੇਖੀਏ ਤਾਂ ਪਰਮੇਸ਼ਰ ਸਾਰੇ ਯੂਨੀਵਰਸ ਦੇ ਉੱਤੇ ਰਾਜ ਕਰਦਾ ਆ। ਉਹ ਹਮੇਸ਼ਾ ਦੇ ਲਈ ਰਾਜ ਕਰਦਾ ਸੀ, ਰਾਜ ਕਰਦਾ ਆਇਆ ਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਹਿਲਾ ਤਿਮੋਥੀਉਸ ਉਸਦੇ ਅਧਿਆਇ 1:17 ਦੇ ਵਿੱਚ ਕਿ ਉਹ ਇਟਰਨਲ ਕਿੰਗ ਆ, ਉਹ ਸਦਾ ਤੋਂ ਰਾਜ ਕਰਦਾ ਆਇਆ ਆ। ਸੋ ਪਰਮੇਸ਼ਰ ਸਾਰੀ ਧਰਤੀ ਦੇ ਉੱਤੇ ਹਰ ਇੱਕ ਜਗ੍ਹਾ ਤੇ ਰਾਜ ਕਰਦਾ ਆ, ਧਰਤੀ ਦੇ ਉੱਤੇ, ਧਰਤੀ ਤੋਂ ਬਾਹਰ। ਪਰ ਜਦੋਂ ਅਸੀਂ ਦੇਖਦੇ ਹਾਂ ਬਿਬਲੀਕਲ ਤਰੀਕੇ ਦੇ ਨਾਲ, ਦੂਸਰੇ ਤਰੀਕੇ ਦੇ ਨਾਲ, ਇੱਕ ਤਰੀਕੇ ਨਾਲ ਪਰਮੇਸ਼ਰ ਸਾਰੀ ਧਰਤੀ ਤੇ ਰਾਜ ਕਰਦਾ ਆ, ਸੋ ਪਰਮੇਸ਼ਰ ਸਾਰੇ ਯੂਨੀਵਰਸ ਦੇ ਉੱਤੇ ਰਾਜ ਕਰਦਾ ਆ। ਪਰ ਦੂਸਰੇ ਤਰੀਕੇ ਨਾਲ ਦੇਖੀਏ ਤਾਂ ਪਰਮੇਸ਼ਰ ਨੇ ਧਰਤੀ ਜਿਹੜੀ ਉਹ ਮਨੁੱਖ ਜਾਤੀ ਦੇ ਲਈ ਬਣਾਈ। ਅਤੇ ਉਤਪੱਤੀ ਦੀ ਪੁਸਤਕ ਅਧਿਆਇ 1:26 ਦੇ ਵਿੱਚ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਤਾਂ ਕਿ ਉਹ ਧਰਤੀ ਦੇ ਉੱਤੇ ਰਾਜ ਕਰੇ। ਸੋ ਧਰਤੀ ਮਨੁੱਖ ਨੂੰ ਰਾਜ ਕਰਨ ਦੇ ਲਈ ਪਰਮੇਸ਼ਰ ਨੇ ਦਿੱਤੀ। ਪਰਮੇਸ਼ਰ ਨੇ ਇਸੇ ਲਈ ਮਨੁੱਖ ਨੂੰ ਆਪਣੀ ਸਮਾਨਤਾ ਵਿੱਚ, ਆਪਣੇ ਸਰੂਪ ਦੇ ਵਿੱਚ ਬਣਾਇਆ। ਪਰ ਉਹ ਰਾਜ ਜਿਹੜਾ ਉਹ ਬੁਰਾਈ ਦੇ ਹੱਥ 'ਚ ਚਲ ਗਿਆ, ਉਹ ਸ਼ੈਤਾਨ ਦੇ ਹੱਥ ਦੇ ਵਿੱਚ ਚਲ ਗਿਆ। ਜਿਸ ਤਰ੍ਹਾਂ ਅਸੀਂ ਮੱਤੀ ਦੀ ਇੰਜੀਲ ਅਧਿਆਇ 4 ਦੇ ਵਿੱਚ ਦੇਖਦੇ ਹਾਂ ਕਿ ਸ਼ੈਤਾਨ ਯਿਸੂ ਮਸੀਹ ਨੂੰ ਆਫਰ ਕਰਦਾ ਹੈ ਕਿ ਤੂੰ ਮੇਰੇ ਅੱਗੇ ਮੱਥਾ ਟੇਕ ਤਾਂ ਤੈਨੂੰ ਉਸ ਧਰਤੀ ਦੇ ਸਾਰੇ ਰਾਜ, ਸਾਰੀਆਂ ਪਾਤਸ਼ਾਹੀਆਂ ਮੈਂ ਦੇ ਦਿਆਂਗਾ। ਸੋ ਰਾਜ ਜਿਹੜਾ ਸੀ ਉਹ ਸ਼ੈਤਾਨ ਦੇ ਹੱਥ ਦੇ ਵਿੱਚ ਚਲੇ ਗਿਆ। ਸੋ ਅੱਜ ਧਰਤੀ ਦੇ ਉੱਤੇ ਸ਼ੈਤਾਨ ਦਾ ਰਾਜ ਆ, ਬੁਰਾਈ ਦਾ ਰਾਜ ਆ, ਅਤੇ ਮਨੁੱਖ ਆਪਣੀ ਮਰਜ਼ੀ ਦੇ ਰਾਜ ਕਰਦਾ ਪਿਆ। ਉਹ ਰਾਜ ਪਰਮੇਸ਼ਰ ਦੀ ਵੱਲੋਂ ਨਹੀਂ ਆ। ਸੋ ਯਿਸੂ ਮਸੀਹ ਸਿਖਾਉਂਦੇ ਕਿ ਪ੍ਰਾਰਥਨਾ ਕਰੋ, ਦੂਸਰਾ ਪੁਆਇੰਟ, ਕਿ ਪ੍ਰਭੂ ਤੇਰਾ ਰਾਜ ਆਵੇ, ਤੇਰਾ ਰਾਜ ਇਸ ਧਰਤੀ ਦੇ ਉੱਤੇ ਆਵੇ, ਤੇਰਾ ਰਾਜ ਆਵੇ। ਅਤੇ ਜੇਕਰ ਅਸੀਂ ਦੇਖਿਆ ਇੱਕ ਤਰੀਕੇ ਦੇ ਨਾਲ ਪਰਮੇਸ਼ਰ ਰਾਜ ਕਰਦਾ, ਦੂਸਰੇ ਤਰੀਕੇ ਨਾਲ ਯਿਸੂ ਮਸੀਹ ਜਦੋਂ ਇਸ ਧਰਤੀ ਦੇ ਉੱਤੇ ਆਏ ਤਾਂ ਆਪਣਾ ਰਾਜ ਧਰਤੀ ਦੇ ਉੱਤੇ ਸਥਾਪਿਤ ਕਰਕੇ ਗਏ। ਪਰ ਉਹ ਰਾਜ ਜਿਹੜਾ ਸਪਿਰਚੁਅਲੀ ਰਾਜ ਆ, ਇਸ ਲਈ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਰਾਜ ਜਿਹੜਾ ਹੈ ਸਪਿਰਚੁਅਲੀ ਰਾਜ ਆ। ਯਿਸੂ ਮਸੀਹ ਨੇ ਕਿਹਾ ਕਿ ਆਕਾਸ਼ ਅਤੇ ਧਰਤੀ ਦਾ ਅਧਿਕਾਰ ਮੈਨੂੰ ਦਿੱਤਾ ਗਿਆ। ਇਸ ਦਾ ਮਤਲਬ ਕੀ ਆ? ਯਿਸੂ ਮਸੀਹ ਰਾਜ ਕਰਦਾ ਪਰ ਉਹ ਸਪਿਰਚੁਅਲੀ ਰਾਜ ਕਰਦਾ ਆ। ਪਰ ਜਦੋਂ ਅਸੀਂ ਯਿਸੂ ਮਸੀਹ ਦੇ ਦੂਸਰੇ ਆਗਮਨ ਦੀ ਗੱਲ ਕਰਦੇ ਹਾਂ
ਜਦੋਂ ਯਿਸੂ ਮਸੀਹ ਦੂਸਰੀ ਵਾਰੀ ਆਵੇਗਾ ਤਾਂ ਉਹ ਧਰਤੀ ਦੇ ਉੱਤੇ ਆਪਣਾ ਰਾਜ ਸਥਾਪਿਤ ਕਰੇਗਾ। ਸੋ ਅਸੀਂ ਪ੍ਰਾਰਥਨਾ ਜਦੋਂ ਕਰਦੇ ਹਾਂ ਕਿ ਪ੍ਰਭੂ ਪਿਤਾ ਤੇਰਾ ਰਾਜ ਆਵੇ, ਅਸੀਂ ਯਿਸੂ ਮਸੀਹ ਦੇ ਸੈਕਿੰਡ ਕਮਿੰਗ ਦੀ ਪ੍ਰਾਰਥਨਾ ਕਰਦੇ ਹਾਂ। ਅਤੇ ਨਾਲ ਦੀ ਨਾਲ ਅਸੀਂ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਕਹਿੰਦੇ ਪ੍ਰਭੂ ਤੇਰਾ ਰਾਜ ਆਵੇ, ਤਾਂ ਇਸ ਦਾ ਮਤਲਬ ਹੈ ਕਿ ਪਿਤਾ ਸ਼ੈਤਾਨ ਦਾ ਰਾਜ ਜਿਹੜਾ ਉਹ ਖਤਮ ਹੋਵੇ, ਉਹ ਸ਼ੈਤਾਨ ਦਾ ਰਾਜ ਨਸ਼ਟ ਹੋ ਜਾਏ ਅਤੇ ਪ੍ਰਭੂ ਤੇਰਾ ਰਾਜ ਆਵੇ। ਹਾਲੇਲੂਇਆ। ਅਤੇ ਤੀਸਰਾ ਪੁਆਇੰਟ ਜਿਹੜਾ ਆ ਉਹ ਇਹ ਆ ਕਿ ਪਿਤਾ ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਉਸੇ ਤਰ੍ਹਾਂ ਇਸ ਜ਼ਮੀਨ ਉੱਤੇ ਵੀ ਹੋਵੇ। ਪਰਮੇਸ਼ਰ ਦੀ ਮਰਜ਼ੀ ਸਵਰਗ ਦੇ ਵਿੱਚ ਪੂਰੀ ਹੁੰਦੀ ਸੀ, ਪੂਰੀ ਹੁੰਦੀ ਆ, ਪੂਰੀ ਹੁੰਦੀ ਰਹੇਗੀ, ਕਿਉਂਕਿ ਪਰਮੇਸ਼ਰ ਹਰ ਇੱਕ ਹੈਵਨਲੀ ਕ੍ਰੀਚਰ ਜਿਹੜਾ ਆ, ਪਰਮੇਸ਼ਰ ਦੇ ਸਵਰਗ ਦੂਤ ਪਰਮੇਸ਼ਰ ਦੀ ਮਰਜ਼ੀ ਨੂੰ ਮੰਨਦੇ, ਉਸ ਦੀ ਆਗਿਆ ਨੂੰ ਮੰਨਦੇ। ਪਰ ਜਦੋਂ ਗੱਲ ਕਰਦੇ ਧਰਤੀ ਦੇ ਉੱਤੇ ਮਨੁੱਖਾਂ ਦੀ, ਮਨੁੱਖ ਜਿਹੜਾ ਫ੍ਰੀ ਵਿਲ ਦਾ ਕਰਕੇ ਅਣਆਗਿਆਕਾਰੀ ਕਰਦਾ ਤੇ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਹੀਂ ਕਰਦਾ, ਉਹ ਪਰਮੇਸ਼ਰ ਦੀ ਨਹੀਂ ਸੁਣਦਾ। ਇਸ ਲਈ ਯਿਸੂ ਮਸੀਹ ਕਹਿੰਦੇ ਕਿ ਪ੍ਰਾਰਥਨਾ ਕਰੋ ਕਿ ਪਿਤਾ ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦਾ ਉਸੇ ਤਰ੍ਹਾਂ ਇਸ ਧਰਤੀ ਉੱਤੇ ਵੀ ਹੋਵੇ। ਸੋ ਤੀਸਰਾ ਪੁਆਇੰਟ ਕੀ ਆ ਕਿ ਪ੍ਰਾਰਥਨਾ ਕਰਨੀ ਕਿ ਪ੍ਰਭੂ ਤੇਰੀ ਮਰਜ਼ੀ ਇਸ ਧਰਤੀ ਦੇ ਉੱਤੇ ਪੂਰੀ ਹੋਵੇ, ਤੇਰੀ ਮਰਜ਼ੀ ਮਨੁੱਖਾਂ ਦੇ ਜੀਵਨ 'ਚ ਪੂਰੀ ਹੋਵੇ, ਤੇਰੀ ਮਰਜ਼ੀ ਮੇਰੇ ਜੀਵਨ ਦੇ ਵਿੱਚ ਪੂਰੀ ਹੋਵੇ। ਹਾਲੇਲੂਇਆ। ਸੋ ਇੱਥੇ ਅਸੀਂ 3 ਪੁਆਇੰਟ ਦੇਖਦੇ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਆ ਕਿ ਪਰਮੇਸ਼ਰ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਇਸ ਧਰਤੀ ਦੇ ਉੱਤੇ ਅਤੇ ਮੇਰੇ ਜੀਵਨ ਦੇ ਵਿੱਚ। ਪ੍ਰਭੂ ਤੇਰਾ ਰਾਜ ਆਵੇ ਇਸ ਧਰਤੀ ਦੇ ਉੱਤੇ ਅਤੇ ਮੇਰੇ ਜੀਵਨ ਦੇ ਵਿੱਚ ਤੇਰਾ ਰਾਜ ਆਵੇ, ਅਰਥਾਤ ਤੂੰ ਮੇਰੇ ਜੀਵਨ ਤੇ ਕੰਟਰੋਲ ਕਰ। ਅਤੇ ਤੀਸਰਾ ਪੁਆਇੰਟ ਕਿ ਪ੍ਰਭੂ ਤੇਰੀ ਮਰਜ਼ੀ ਇਸ ਧਰਤੀ ਦੇ ਉੱਤੇ ਪੂਰੀ ਹੋਵੇ ਅਤੇ ਮੇਰੇ ਜੀਵਨ ਦੇ ਵਿੱਚ ਵੀ ਪੂਰੀ ਹੋਵੇ। ਸੋ 3 ਪੁਆਇੰਟ ਜਿਹੜੇ ਆ ਇਹ ਪਰਮੇਸ਼ਰ ਦੇ ਬਾਰੇ ਆ। ਜਦੋਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਕਿ ਪ੍ਰਭੂ ਏਦਾਂ ਕਰ, ਇਹ ਪਰਮੇਸ਼ਰ ਦੇ ਨਾਲ ਰਿਲੇਟਿਡ ਆ। ਅਤੇ ਜਿਹੜੇ ਦੂਸਰੇ 3 ਪੁਆਇੰਟ ਆ ਉਹ ਸਾਡੇ ਨਾਲ ਰਿਲੇਟਿਡ ਆ। ਅਤੇ ਉਹਨਾਂ ਦੇ ਵਿੱਚੋਂ ਪਹਿਲਾ ਪੁਆਇੰਟ ਆ, ਯਿਸੂ ਮਸੀਹ ਸਿਖਾਉਂਦੇ ਆ ਕਿ ਪ੍ਰਾਰਥਨਾ ਇਸ ਤਰ੍ਹਾਂ ਕਰੋ। ਜਦੋਂ ਕਹਿੰਦੇ ਕਿ ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਉਸੇ ਤਰ੍ਹਾਂ ਇਸ ਜ਼ਮੀਨ ਉੱਤੇ ਵੀ ਹੋਵੇ। ਸੋ ਜਿਹੜਾ ਅਗਲਾ ਪੁਆਇੰਟ ਆਉਂਦਾ ਜਿਹੜਾ ਸਾਡੇ ਬਾਰੇ ਆ, ਤੇ ਯਿਸੂ ਮਸੀਹ ਨੇ ਸਿਖਾਇਆ ਕਿ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਸੋ ਕਈ ਟ੍ਰਾਂਸਲੇਸ਼ਨਸ ਕਹਿੰਦੀਆਂ ਕਿ ਸਾਡੇ ਦਿਨ ਭਰ ਦੀ, ਅੱਜ ਦੇ ਦਿਨ ਦੀ ਰੋਟੀ ਅੱਜ ਸਾਨੂੰ ਦੇ। ਸੋ ਯਿਸੂ ਮਸੀਹ ਨੇ ਇਦਾਂ ਨਹੀਂ ਸਿਖਾਇਆ ਫਿਰ ਤੋਂ ਕਿ ਮੇਰੀ ਰੋਜ਼ ਦੀ ਰੋਟੀ ਅੱਜ ਮੈਨੂੰ ਦੇ। ਯਿਸੂ ਮਸੀਹ ਨੇ ਕਿੱਦਾਂ ਸਿਖਾਇਆ ਕਿ ਪ੍ਰਾਰਥਨਾ ਕਰੋ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਬਾਹੂ ਵਚਨ ਨੂੰ ਲੈ ਕੇ ਤੁਰੋ। ਤੁਸੀਂ ਇਕੱਲੇ ਪਰਮੇਸ਼ਰ ਦੇ ਧੀਆਂ ਪੁੱਤਰ ਨਹੀਂ, ਆਪਣੇ ਆਪ ਨੂੰ ਸਪੈਸ਼ਲ ਨਾ ਬਣਾਓ, ਤੁਸੀਂ ਸਾਰੇ ਪਰਮੇਸ਼ਰ ਦੇ ਧੀਆਂ ਪੁੱਤਰਾਂ ਦੇ ਵਿੱਚ ਆਉਂਦੇ ਹੋ। ਸੋ ਕਹਿੰਦਾ ਕਿ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਅਤੇ ਇਹ ਰੋਜ਼ ਦੀ ਰੋਟੀ ਕੀ ਆ? ਸਾਡੀਆਂ ਬੇਸਿਕ ਨੀਡਸ, ਸਾਡਾ ਕੱਪੜਾ, ਸਾਡਾ ਖਾਣਾ ਪੀਣਾ, ਹਰ ਦਿਨ ਪ੍ਰਤੀ ਦਿਨ ਦੀਆਂ ਬੇਸਿਕ ਲੋੜਾਂ ਜਿਹੜੀਆਂ ਕਿ ਪ੍ਰਭੂ ਸਾਨੂੰ ਅੱਜ ਦੇ ਦਿਨ ਦੀ ਪਿਤਾ ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰ। ਅਤੇ ਯਿਸੂ ਮਸੀਹ ਨੇ ਜਦੋਂ ਸਿਖਾ ਰਿਹਾ ਸੀ, ਇਹ ਕਿਹਨਾਂ ਲੋਕਾਂ ਨੂੰ ਸਿਖਾ ਰਿਹਾ ਸੀ? ਉਹ ਲੋਕ ਜਿਹੜੇ ਗਰੀਬ ਸੀ, ਲਾਚਾਰ ਸੀ, ਉਹਦੇ ਅੱਗੇ ਭੀੜਾਂ ਬੈਠੀਆਂ ਸੀ, ਜਿਨ੍ਹਾਂ ਦੇ ਕੋਲ ਚੰਗੇ ਕੱਪੜੇ ਨਹੀਂ ਸੀ, ਚੰਗਾ ਖਾਣ ਦੇ ਲਈ ਖਾਣਾ ਨਹੀਂ ਸੀ। ਅਤੇ ਯਿਸੂ ਮਸੀਹ ਨੇ ਸਿਖਾਇਆ ਕਿ ਪਰਮੇਸ਼ਰ ਦੇ ਉੱਤੇ ਨਿਰਭਰ ਰਹੋ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਪਰਮੇਸ਼ਰ ਤੁਹਾਡੇ ਲਈ ਮੁਹੱਈਆ ਕਰਾਵੇਗਾ। ਜਿਹੜਾ ਪੰਛੀਆਂ ਦੇ ਲਈ ਮੁਹੱਈਆ ਕਰਾ ਸਕਦਾ ਉਹ ਤੁਹਾਡੇ ਲਈ ਵੀ ਮੁਹੱਈਆ ਕਰਾ ਸਕਦਾ ਹੈ। ਹਾਲੇਲੂਇਆ। ਸੋ ਯਿਸੂ ਮਸੀਹ ਕਹਿੰਦਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ। ਅਤੇ ਨਾਲ ਦੀ ਨਾਲ ਇਹ ਪ੍ਰਾਰਥਨਾ ਸਾਨੂੰ ਜੈਨਰੋਸਿਟੀ ਸਿਖਾਉਂਦੀ ਆ, ਦਿਆਲਤਾ ਸਿਖਾਉਂਦੀ ਆ। ਜਦੋਂ ਅਸੀਂ ਪ੍ਰਾਰਥਨਾ ਕਰਦੇ ਕਿ ਪ੍ਰਭੂ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤਾਂ ਜਦੋਂ ਅਸੀਂ ਇੱਦਾਂ ਪ੍ਰਾਰਥਨਾ ਕਰਦੇ, ਜੇਕਰ ਸਾਡੇ ਕੋਲ ਹੈਗਾ ਆ, ਤਾਂ ਇੱਕ ਸੱਚਾ ਵਿਸ਼ਵਾਸੀ ਜਿਹੜਾ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖਦਾ, ਜਦੋਂ ਉਹਦੇ ਕੋਲ ਖਾਣ ਦੇ ਲਈ ਹੈ, ਇਨਫ ਹੈ, ਪਰ ਉਸਦੇ ਭਰਾ ਦੇ ਕੋਲ, ਵਿਸ਼ਵਾਸੀ ਭਰਾ ਦੇ ਕੋਲ ਨਹੀਂ ਆ, ਤਾਂ ਉਸਨੂੰ ਜ਼ਰੂਰ ਕਹੇਗਾ ਕਿ ਚੱਲ ਆ ਤੂੰ ਮੇਰੇ ਨਾਲ ਖਾ। ਹਾਲੇਲੂਇਆ। ਸੋ ਅਸੀਂ ਕੀ ਦੇਖਦੇ ਹਾਂ ਕਿ ਇਹ ਪ੍ਰਾਰਥਨਾ ਸਾਨੂੰ ਦਿਆਲਤਾ ਸਿਖਾਉਂਦੀ, ਸਾਨੂੰ ਯੂਨਿਟੀ ਸਿਖਾਉਂਦੀ ਆ ਕਿ ਯੂਨਿਟੀ ਦੇ ਲਈ ਪ੍ਰਾਰਥਨਾ ਕਰੋ, ਯੂਨਿਟੀ 'ਚ ਰਹਿ ਕੇ ਪ੍ਰਾਰਥਨਾ ਕਰੋ ਕਿ ਪ੍ਰਭੂ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਅਤੇ ਅਗਲਾ ਦੂਸਰਾ ਪੁਆਇੰਟ ਆ ਕਿ ਸਾਡੇ ਕਰਜ਼ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਆ। ਸੋ ਯਿਸੂ ਮਸੀਹ ਸਿਖਾਉਂਦੇ ਕਿ ਮਾਫੀ ਮੰਗੋ। ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਮਾਫੀ ਮੰਗੋ ਅਤੇ ਜਿਸ ਤਰ੍ਹਾਂ ਤੁਸੀਂ ਮਾਫ ਕਰ ਦਿੰਦੇ ਹੋ ਆਪਣੇ ਗੁਨਾਹਗਾਰਾਂ ਨੂੰ, ਜਿਨ੍ਹਾਂ ਨੇ ਤੁਹਾਡੇ ਵਿਰੋਧ ਦੇ ਵਿੱਚ ਕੀਤਾ, ਜਿਨ੍ਹਾਂ ਨੇ ਤੁਹਾਡੇ ਵਿਰੋਧ ਦੇ ਵਿੱਚ ਬੋਲਿਆ, ਪਿਤਾ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਨੂੰ ਮਾਫ ਕਰ। ਮੇਰੇ ਕੋਲੋਂ ਜੋ ਗਲਤ ਬੋਲਿਆ ਗਿਆ, ਸੋਚਿਆ ਗਿਆ, ਦੇਖਿਆ ਗਿਆ, ਜੋ ਮੈਂ ਕਿਸੇ ਨਾਲ ਗਲਤ ਕਰ ਦਿੱਤਾ, ਮੇਰੇ ਸਾਰੇ ਗਲਤੀਆਂ ਗੁਨਾਹ ਮੈਨੂੰ ਮਾਫ ਕਰ, ਕਿਉਂਕਿ ਮੈਂ ਵੀ ਕਰਦਾ ਹਾਂ, ਕਿਉਂਕਿ ਤੂੰ ਮੈਨੂੰ ਸਿਖਾਇਆ ਹੈ, ਤੇਰੇ ਰਾਜ ਦਾ ਨਿਯਮ ਆ। ਅਤੇ ਮੇਰੇ ਗੁਨਾਹ ਮੈਨੂੰ ਮਾਫ ਕਰ ਕਿ ਜਿੱਦਾਂ ਮੈਂ ਦੂਸਰਿਆਂ ਨੂੰ ਕਰਦਾ। ਸੋ ਯਿਸੂ ਮਸੀਹ ਨੇ ਸਿਖਾਇਆ ਕਿ ਬੇਸਿਕ ਚੀਜ਼ਾਂ ਮੰਗਦੇ ਨਾਲ ਦੀ ਨਾਲ ਆਪਣੇ ਗੁਨਾਹਾਂ ਦੀ ਮਾਫੀ ਵੀ ਮੰਗੋ, ਕਿਉਂਕਿ ਜਦੋਂ ਅਸੀਂ ਗੁਨਾਹਾਂ ਦੀ ਮਾਫੀ ਮੰਗਦੇ ਉਦੋਂ ਸਾਡਾ ਰਿਸ਼ਤਾ ਜਿਹੜਾ ਪਰਮੇਸ਼ਰ ਦੇ ਨਾਲ ਮਜ਼ਬੂਤ ਹੁੰਦਾ ਰਹਿੰਦਾ ਹੈ। ਹਾਲੇਲੂਇਆ। ਸੋ ਯਿਸੂ ਮਸੀਹ ਨੇ ਸਿਖਾਇਆ ਕਿ ਮਾਫੀ ਮੰਗੋ ਆਪਣੇ ਗੁਨਾਹਾਂ ਦੀ।
ਅਤੇ ਜਿਹੜਾ ਲਾਸਟ ਪੁਆਇੰਟ ਆ, ਤੀਸਰਾ ਪੁਆਇੰਟ ਹੈ ਕਿ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰਾਈ ਤੋਂ ਬਚਾ। ਸੋ ਇੱਥੇ ਜਿਹੜਾ ਤੀਸਰਾ ਪੁਆਇੰਟ ਆ, ਇਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਦੋ ਪੁਆਇੰਟਸ ਤੋਂ ਦੇਖਦੇ ਹਾਂ, ਅਲੱਗ-ਅਲੱਗ ਤੋਂ। ਨੰਬਰ 1 ਕਿ ਪਰਮੇਸ਼ਰ ਸਾਡਾ ਟੈਸਟ ਲੈਂਦਾ ਆ, ਜਿਸ ਤਰ੍ਹਾਂ ਉਸਨੇ ਅਬਰਾਹਮ ਦਾ ਟੈਸਟ ਲਿਆ ਜਦੋਂ ਉਹਨੇ ਕਿਹਾ ਕਿ ਆਪਣੇ ਪੁੱਤਰ ਨੂੰ ਮੋਰੀਆ ਪਰਬਤ ਦੇ ਉੱਤੇ ਬਲੀਦਾਨ ਕਰ ਦੇ, ਚੜਾ ਦੇ। ਅਤੇ ਨੰਬਰ 2 ਸ਼ੈਤਾਨ ਨੂੰ ਪਰਮੇਸ਼ਰ ਅਲਾਓ ਕਰਦਾ ਹੈ ਕਿ ਉਹ ਸਾਡੀ ਲਾਈਫ ਦੇ ਵਿੱਚ ਟੈਸਟ ਲੈ ਕੇ ਆਵੇ, ਅਤੇ ਸ਼ੈਤਾਨ ਸਾਡੀ ਲਾਈਫ 'ਚ ਬੁਰੀਆਂ ਚੀਜ਼ਾਂ ਲੈ ਕੇ ਆਉਂਦਾ ਹੈ। ਜਿਸ ਤਰ੍ਹਾਂ ਉਸਨੇ ਅਯੂਬ ਦੀ ਲਾਈਫ ਦੇ ਵਿੱਚ ਟੈਸਟ ਲੈ ਕੇ ਆਂਦਾ, ਪਰਮੇਸ਼ਰ ਨੇ ਉਹਨੂੰ ਅਲਾਓ ਕੀਤਾ। ਸੋ ਜਿਹੜਾ ਟੈਸਟ ਹੈ ਉਹ ਪਰਮੇਸ਼ਰ ਦੀ ਵੱਲੋਂ ਹੁੰਦਾ ਆ, ਅਤੇ ਟੈਸਟ ਦੇ ਵਿੱਚ ਪਰਮੇਸ਼ਰ ਸਾਡੀ ਲਾਈਫ 'ਚ ਕੁਝ ਵੀ ਬੁਰਾ ਨਹੀਂ ਲੈ ਕੇ ਆਉਂਦਾ, ਸਿਰਫ ਸਾਨੂੰ ਪਰਖਦਾ ਆ, ਸਾਡਾ ਟੈਸਟ ਲੈਂਦਾ ਆ। ਪਰ ਜਿਹੜਾ ਲਾਲਚ ਹੁੰਦਾ, ਪ੍ਰਲੋਭਨ ਹੁੰਦਾ, ਜਿਹੜਾ ਸ਼ੈਤਾਨ ਦੀ ਵੱਲੋਂ ਹੁੰਦਾ ਆ, ਉਹ ਸਾਡੀ ਲਾਈਫ 'ਚ ਬੁਰੀਆਂ ਚੀਜ਼ਾਂ ਲੈ ਕੇ ਆਉਂਦਾ ਹੈ। ਸ਼ੈਤਾਨ ਸਾਡੀ ਲਾਈਫ ਦੇ ਵਿੱਚ ਅੱਖਾਂ ਦੀ ਅਭਿਲਾਸ਼ਾ, ਸਰੀਰ ਦੀ ਅਭਿਲਾਸ਼ਾ, ਜੀਵਿਕਾ ਦਾ ਘਮੰਡ ਲੈ ਕੇ ਆਵੇਗਾ। ਸੋ ਇਹ ਚੀਜ਼ਾਂ ਸ਼ੈਤਾਨ ਸਾਡੀ ਲਾਈਫ 'ਚ ਲੈ ਕੇ ਆਉਂਦਾ ਆ। ਇੱਕ ਮੁੰਡੇ ਦੇ ਅੱਗੇ ਇੱਕ ਕੁੜੀ ਨੂੰ ਲੈ ਆਉਣਾ, ਕੁੜੀ ਦੇ ਅੱਗੇ ਮੁੰਡੇ ਨੂੰ ਲੈ ਆਉਣਾ, ਧਨ ਨੂੰ ਲੈ ਆਉਣਾ, ਇੱਕ ਉੱਚੇ ਅਹੁਦੇ ਨੂੰ ਲੈ ਆਉਣਾ। ਇਹ ਚੀਜ਼ਾਂ ਸ਼ੈਤਾਨ ਸਾਡੀ ਲਾਈਫ 'ਚ ਲੈ ਕੇ ਆਉਂਦਾ ਤਾਂ ਕਿ ਅਸੀਂ ਪਰਮੇਸ਼ਰ ਤੇ ਭਰੋਸਾ ਰੱਖਣਾ ਛੱਡ ਦਈਏ, ਅਸੀਂ ਪਰਮੇਸ਼ਰ ਤੋਂ ਜ਼ਿਆਦਾ ਚੀਜ਼ਾਂ ਤੇ ਨਿਰਭਰ ਹੋ ਜਾਈਏ। ਸੋ ਯੀਸ਼ੂ ਮਸੀਹ ਨੇ ਸਿਖਾਇਆ ਕਿ ਪ੍ਰਾਰਥਨਾ ਕਰੋ ਕਿ ਪਿਤਾ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ ਸਗੋਂ ਬੁਰਾਈ ਤੋਂ ਬਚਾ। ਸੋ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਪਰਮੇਸ਼ਰ ਸਾਡੀ ਲਾਈਫ ਦੇ ਵਿੱਚ ਟੈਸਟ ਨਾ ਆਵੇ। ਬਹੁਤ ਵਾਰੀ ਅਸੀਂ ਸੋਚਦੇ ਕਿ ਅਸੀਂ ਪ੍ਰਾਰਥਨਾ ਜਿੰਨਾ ਸਾਡੀ ਲਾਈਫ ਦੇ ਵਿੱਚ ਟੈਸਟ ਆਉਣਗੇ ਉਨੇ ਅਸੀਂ ਮਜ਼ਬੂਤ ਹੋਵਾਂਗੇ, ਪਰ ਇਦਾਂ ਨਹੀਂ ਆ। ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ ਕਿ ਪਿਤਾ ਦੇ ਅੱਗੇ ਪ੍ਰਾਰਥਨਾ ਕਰੋ ਕਿ ਪਿਤਾ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਾਨੂੰ ਟੈਸਟ ਦੇ ਅੰਦਰ ਨਾ ਲੈ ਕੇ ਆ। ਸਾਡੀ ਲਾਈਫ 'ਚ ਟੈਸਟ ਆਉਣਗੇ, ਸਾਨੂੰ ਟੈਸਟ ਦੇ ਵਿੱਚੋਂ ਦੀ ਗੁਜ਼ਰਨਾ ਪਵੇਗਾ, ਪਰਤਾਵਿਆਂ ਦੇ ਵਿੱਚੋਂ ਦੀ। ਪਰ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਭੂ ਸਾਡੀ ਮੇਰੀ ਲਾਈਫ ਦੇ ਵਿੱਚ ਟੈਸਟ ਨਾ ਆਵੇ, ਕਿਉਂਕਿ ਯੀਸ਼ੂ ਮਸੀਹ ਨੇ ਸਾਨੂੰ ਇਹ ਚੀਜ਼ ਸਿਖਾਈ ਆ। ਕਿਉਂਕਿ ਕੋਈ ਵੀ ਟੈਸਟ ਜਿਹੜਾ ਆਸਾਨ ਨਹੀਂ ਹੁੰਦਾ। ਯੀਸ਼ੂ ਮਸੀਹ ਜਦੋਂ 40 ਦਿਨ ਪਰਖਿਆ ਗਿਆ, ਉਸਦਾ ਟੈਸਟ ਲਿਆ ਗਿਆ, ਯੀਸ਼ੂ ਮਸੀਹ ਦੇ ਲਈ ਉਹ ਟੈਸਟ ਆਸਾਨ ਨਹੀਂ ਸੀਗਾ। ਇਸੇ ਤਰ੍ਹਾਂ ਸਾਡੇ ਲਈ ਵੀ ਟੈਸਟ ਜਿਹੜੇ ਆਸਾਨ ਨਹੀਂ ਆ। ਅਤੇ ਯੀਸ਼ੂ ਮਸੀਹ ਨੂੰ ਜਦੋਂ ਅਸੀਂ ਗਤਸਮਨੀ ਦੇ ਬਗੀਚੇ ਦੇ ਵਿੱਚ ਦੇਖਦੇ ਹਾਂ ਤਾਂ ਯੀਸ਼ੂ ਮਸੀਹ ਨੇ ਕਿਹਾ, ਪਿਤਾ ਹੋ ਸਕੇ ਤਾਂ ਇਹ ਪਿਆਲਾ ਮੇਰੇ ਉੱਤੋਂ ਟਲ ਜਾਵੇ। ਸੋ ਜੇਕਰ ਯੀਸ਼ੂ ਮਸੀਹ ਪ੍ਰਾਰਥਨਾ ਕਰ ਸਕਦੇ ਕਿ ਮੇਰੇ ਜੀਵਨ 'ਚ ਪ੍ਰਭੂ ਇਹ ਨਾ ਹੋਵੇ, ਤਾਂ ਅਸੀਂ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਭੂ ਮੇਰੇ ਜੀਵਨ ਦੇ ਵਿੱਚ ਇੱਦਾਂ ਨਾ ਹੋਵੇ। ਪਰ ਯੀਸ਼ੂ ਮਸੀਹ ਨੇ ਨਾਲ ਦੀ ਨਾਲ ਇਹ ਵੀ ਕਿਹਾ, ਪਿਤਾ ਤੇਰੀ ਮਰਜ਼ੀ ਪੂਰੀ ਹੋਵੇ। ਸੋ ਅਸੀਂ ਪ੍ਰਾਰਥਨਾ ਕਰ ਸਕਦੇ, ਪ੍ਰਭੂ ਮੇਰੀ ਲਾਈਫ ਦੇ ਵਿੱਚ, ਪਿਤਾ ਮੇਰੀ ਲਾਈਫ 'ਚ ਟੈਸਟ ਨਾ ਲੈ ਕੇ ਆ, ਅਤੇ ਨਾਲ ਦੀ ਨਾਲ ਇਹ ਕਿ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ। ਅਤੇ ਦੂਸਰਾ ਪੁਆਇੰਟ ਜਿਹੜਾ ਇਸੇ ਦਾ ਹੀ ਆ, ਉਹ ਹੈ ਕਿ ਜਦੋਂ ਸ਼ੈਤਾਨ ਸਾਡੀ ਲਾਈਫ ਦੇ ਵਿੱਚ ਟੈਸਟ ਲੈ ਕੇ ਆਉਂਦਾ, ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਆ ਕਿ ਪ੍ਰਭੂ ਮੇਰੀ ਲਾਈਫ ਮੈਨੂੰ ਪਰਤਾਵੇ ਵਿੱਚ ਨਾ ਪੈਂਦੇ, ਮੈਨੂੰ ਲਾਲਚ ਦੇ ਵਿੱਚ ਨਾ ਪੈਂਦੇ, ਮੈਨੂੰ ਪ੍ਰਲੋਭਨ ਦੇ ਵਿੱਚ ਨਾ ਪੈਂਦੇ, ਕਿਉਂਕਿ ਸ਼ੈਤਾਨ ਮੈਨੂੰ ਲੱਭਦਾ ਫਿਰਦਾ, ਸ਼ੈਤਾਨ ਮੇਰੇ ਵਿਰੁੱਧ ਦੇ ਵਿੱਚ ਆ, ਸ਼ੈਤਾਨ ਦੀਆਂ ਤਾਕਤਾਂ ਮੇਰੇ ਵਿਰੁੱਧ ਵਿੱਚ ਕਾਰੇ ਕਰਦੀਆਂ। ਪ੍ਰਭੂ ਮੈਨੂੰ ਕਿਸੇ ਲਾਲਚ ਵਿੱਚ ਨਾ ਡਿੱਗਣ ਦੇ, ਪ੍ਰਭੂ ਮੇਰੇ ਅੰਦਰ ਘਮੰਡ ਨਾ ਆਉਂਦੇ, ਮੈਨੂੰ ਘਮੰਡ ਦੇ ਵਿੱਚ ਨਾ ਡਿੱਗਣ ਦੇ, ਮੈਨੂੰ ਸੰਸਾਰ ਦੀਆਂ ਚੀਜ਼ਾਂ ਦੇ ਉੱਤੇ ਨਾ ਡਿੱਗਣ ਦੇ, ਮੈਨੂੰ ਵਿਭਚਾਰ ਦੇ ਵਿੱਚ ਨਾ ਡਿੱਗਣ ਦੇ, ਮੈਨੂੰ ਦੁਨੀਆਦਾਰੀ ਦੇ ਵਿੱਚ ਨਾ ਡਿੱਗਣ ਦੇ, ਕਿਉਂਕਿ ਦੁਨੀਆਦਾਰੀ ਜਿਹੜੀ ਆ ਮੇਰੇ ਵਿਰੁੱਧ ਵਿੱਚ ਆ। ਸ਼ੈਤਾਨ ਮੇਰੇ ਵਿਰੁੱਧ ਦੇ ਵਿੱਚ ਕੰਮ ਕਰਦਾ ਪਿਆ, ਸ਼ੈਤਾਨ ਦੀਆਂ ਤਾਕਤਾਂ ਮੇਰੇ ਵਿਰੁੱਧ 'ਚ ਕੰਮ ਕਰਦੀਆਂ। ਇਸੇ ਲਈ ਯੀਸ਼ੂ ਮਸੀਹ ਨੇ ਸਿਖਾਇਆ ਕਿ ਪ੍ਰਾਰਥਨਾ ਕਰੋ ਕਿ ਪਿਤਾ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਜੇਕਰ ਅਸੀਂ ਪਰਤਾਵੇ ਵਿੱਚ ਡਿੱਗਾਂਗੇ ਅਸੀਂ ਬੁਰਾਈ ਦੇ ਵਿੱਚ ਪੈ ਜਾਵਾਂਗੇ। ਸੋ ਅਸੀਂ ਪ੍ਰਾਰਥਨਾ ਕਰ ਸਕਦੇ ਕਿ ਪਿਤਾ ਤੂੰ ਵੀ ਸਾਡੇ ਟੈਸਟ ਨਾ ਲੈ, ਅਤੇ ਸ਼ੈਤਾਨ ਦੇ ਹੱਥੋਂ ਵੀ ਸਾਨੂੰ ਟੈਸਟ ਦੇ ਵਿੱਚ ਨਾ ਪੈਣ ਦੇ। ਹਾਲੇਲੂਇਆ। ਸੋ ਇੱਥੇ ਅਸੀਂ ਦੇਖਿਆ ਕਿ 3 ਪੁਆਇੰਟ ਜਿਹੜੇ ਉਹ ਪਰਮੇਸ਼ਰ ਦੇ ਨਾਲ ਜੁੜੇ ਪਏ ਆ ਕਿ ਪ੍ਰਭੂ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਇਸੇ ਤਰ੍ਹਾਂ ਜ਼ਮੀਨ ਉੱਤੇ ਵੀ ਹੋਵੇ। ਅਤੇ 3 ਪੁਆਇੰਟ ਜਿਹੜੇ ਆ ਉਹ ਮਨੁੱਖ ਦੇ ਨਾਲ ਜੁੜੇ ਪਏ ਆ ਕਿ ਸਾਡੀ ਰੋਜ਼ ਦੀ ਰੋਟੀ ਸਾਨੂੰ ਦੇ, ਸਾਡੇ ਪਾਪ ਸਾਨੂੰ ਮਾਫ ਕਰ, ਅਤੇ ਸਾਨੂੰ ਪਰੀਖਿਆ ਦੇ ਵਿੱਚ ਪਰਤਾਵੇ ਦੇ ਵਿੱਚ ਨਾ ਪੈਣ ਦੇ। ਸੋ 3 ਪੁਆਇੰਟ ਸੀਗੇ ਜਿਹੜੇ ਪਰਮੇਸ਼ਰ ਦੇ ਨਾਲ ਅਤੇ ਮਨੁੱਖ ਜਾਤੀ ਨਾਲ ਜੁੜੇ। ਅਤੇ ਇਸ ਤਰ੍ਹਾਂ ਅਸੀਂ ਇਸ ਪ੍ਰਾਰਥਨਾ ਨੂੰ ਈਜ਼ੀਲੀ ਯਾਦ ਕਰ ਸਕਦੇ ਹਾਂ। ਅਤੇ ਪ੍ਰਾਰਥਨਾ 2-4 ਮਿੰਟ ਦੀ ਆ, ਪਰ ਇਹ 2 ਘੰਟੇ ਤੱਕ ਵੀ ਚੱਲ ਸਕਦੀ ਆ, ਕਿਉਂਕਿ ਉਹ ਪ੍ਰਾਰਥਨਾ ਦਾ ਮਾਡਲ ਹੈ ਜਿਹੜਾ ਯੀਸ਼ੂ ਮਸੀਹ ਸਾਨੂੰ ਸਿਖਾ ਕੇ ਗਏ ਕਿ ਇਸ ਤਰ੍ਹਾਂ ਪ੍ਰਾਰਥਨਾ ਕਰੋ। ਸੋ ਇਹ ਪ੍ਰਾਰਥਨਾ ਅਸੀਂ 2 ਮਿੰਟ ਵਿੱਚ ਵੀ ਕਰ ਸਕਦੇ ਹਾਂ, ਪਰ ਇਹ ਪ੍ਰਾਰਥਨਾ 2 ਘੰਟੇ ਤੱਕ ਵੀ ਅਸੀਂ ਕਰ ਸਕਦੇ ਹਾਂ। ਹਾਲੇਲੂਇਆ। ਅਤੇ ਕੁਝ ਬਾਈਬਲ ਦੇ ਵਿੱਚ ਇਹ ਵਰਸ ਨਾਲ ਦੀ ਨਾਲ ਇੱਕ ਵਰਸ ਹੋਰ ਆਉਂਦੀ ਆ, ਇੱਕ ਫਰੇਜ਼ ਹੋਰ ਆਉਂਦੀ ਆ ਕਿ ਕੁਦਰਤ, ਮਹਿਮਾ ਅਤੇ ਜਲਾਲ ਪ੍ਰਭੂ ਤੇਰਾ ਹੀ ਹੈ, ਰਾਜੇ, ਮਹਿਮਾ ਔਰ ਪਰਾਕਰਮ ਤੇਰੇ ਹੀ ਹੈ। ਸੋ ਇਹ ਜਿਹੜੀ ਵਰਸ ਹੈ ਬਹੁਤ ਸੁੰਦਰ ਆ, ਕਿਉਂਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਲਾਸਟ ਵਿੱਚ ਬਹੁਤ ਵਧੀਆ ਲੱਗਦਾ ਆ। ਸੋ ਇਹ ਬਹੁਤ ਸੁੰਦਰ ਆ। ਪਰ ਜੇਕਰ ਅਸੀਂ ਦੇਖੀਏ ਕਿ ਗ੍ਰੀਕ ਮੈਨੂਸਕ੍ਰਿਪਟ ਦੇ ਵਿੱਚ, ਜਦੋਂ ਅਸੀਂ ਗ੍ਰੀਕ ਭਾਸ਼ਾ ਦੇ ਵਿੱਚ ਜਾਂਦੇ ਆ, ਜਿਹੜੀ ਪਹਿਲੀ ਬਾਈਬਲ ਲਿਖੀ ਗਈ ਗ੍ਰੀਕ ਭਾਸ਼ਾ ਦੇ ਵਿੱਚ, ਉਹਦੇ ਵਿੱਚ ਇਹ ਸਾਨੂੰ ਵਰਸ ਨਹੀਂ ਮਿਲਦੀ, ਅਤੇ ਇਸੇ ਦੇ ਵਿੱਚੋਂ ਹੀ ਲਈ ਗਈ ਆ
ਅਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਜੇਕਰ ਅਸੀਂ ਇਸ ਨੂੰ ਕਰਦੇ ਹਾਂ, ਅਸੀਂ ਲਾਸਟ ਦੇ ਵਿੱਚ ਬੋਲਦੇ ਹਾਂ। ਸੋ ਇਹ ਬੋਲਣਾ ਕਿ ਕੁਦਰਤ, ਮਹਿਮਾ, ਜਲਾਲ ਪ੍ਰਭੂ ਤੇਰੇ ਹੀ ਹਨ, ਇਹਦੇ ਵਿੱਚ ਕੁਝ ਗਲਤ ਨਹੀਂ, ਅਸੀਂ ਬੋਲ ਸਕਦੇ ਹਾਂ, ਇਹ ਬਹੁਤ ਸੁੰਦਰ ਆ। ਪਰ ਜੇਕਰ ਗੱਲ ਕਰੀਏ ਓਰੀਜਨਲ ਮੈਨੂਸਕ੍ਰਿਪਟ ਦੀ ਤਾਂ ਉਹਦੇ ਵਿੱਚ ਇਹ ਨਹੀਂ ਪਾਇਆ ਜਾਂਦਾ। ਓਕੇ, ਸੋ ਅੱਜ ਅਸੀਂ ਕੀ ਦੇਖਿਆ ਕਿ ਸਾਡੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਨੰਬਰ 1 ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਕੀ ਆ। ਉਹ ਸਾਡਾ ਪਿਤਾ ਆ, ਅਸੀਂ ਉਸ ਦੀ ਸੰਤਾਨ ਆ, ਅਤੇ ਨਾਲ ਦੀ ਨਾਲ 3 ਪੁਆਇੰਟ ਜਿਹੜੇ ਉਹ ਪਰਮੇਸ਼ਰ ਦੇ ਨਾਲ ਜੁੜੇ ਪਏ ਆ। ਪਰਮੇਸ਼ਰ ਦੀ ਪਵਿੱਤਰਤਾ ਦੇ ਪ੍ਰਾਰਥਨਾ ਕਰਨੀ ਕਿ ਪ੍ਰਭੂ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ। ਅਤੇ ਲਾਸਟ ਵਾਲੇ ਜਿਹੜੇ ਉਹ 3 ਪੁਆਇੰਟ ਕਿ ਪ੍ਰਭੂ ਮੇਰੀਆਂ ਬੇਸਿਕ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰ, ਪ੍ਰਭੂ ਮੇਰੇ ਗੁਨਾਹਾਂ ਨੂੰ ਮਾਫ ਕਰ, ਅਤੇ ਮੈਨੂੰ ਪ੍ਰੀਖਿਆ ਦੇ ਵਿੱਚ, ਮੈਨੂੰ ਪ੍ਰਲੋਭਨ ਦੇ ਵਿੱਚ ਨਾ ਪੈਣ ਦੇ, ਕਿਉਂਕਿ ਸ਼ੈਤਾਨ ਮੇਰੇ ਵਿਰੁੱਧ ਦੇ ਵਿੱਚ ਆ। ਹਾਲੇਲੂਇਆ। ਸੋ ਇਹ ਜਿਹੜੀ ਪ੍ਰਾਰਥਨਾ ਆ ਇੱਕ ਮਾਡਲ ਆ ਜਿਹੜਾ ਯਿਸੂ ਮਸੀਹ ਸਾਨੂੰ ਸਿਖਾ ਕੇ ਗਿਆ, ਅਤੇ ਸਾਨੂੰ ਇਸ ਨੂੰ ਹਮੇਸ਼ਾ ਯਾਦ ਕਰਨ ਦੀ, ਹਮੇਸ਼ਾ ਇਸ ਰੀਤੀ ਨਾਲ ਪ੍ਰਾਰਥਨਾ ਕਰਨ ਦੀ ਲੋੜ ਆ। ਅਤੇ ਇਹ ਬਾਈਬਲ ਸਾਨੂੰ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ ਸਿਖਾਉਂਦੀ ਆ। ਅਸੀਂ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੀ ਇਸ ਬਾਈਬਲ ਸਟੱਡੀ ਦੇ ਲਈ। ਪਿਤਾ ਜੋ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਸਿੱਖਿਆ, ਅਸੀਂ ਪ੍ਰਭੂ ਦੀ ਪ੍ਰਾਰਥਨਾ ਨੂੰ ਸਿੱਖਿਆ ਅਤੇ ਸਿੱਖਿਆ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ ਕੀ ਆ। ਪਿਤਾ ਮੇਰੇ ਪਰਮੇਸ਼ਰ, ਸੱਚਮੁੱਚ ਪਿਤਾ ਮੇਰੇ ਪਰਮੇਸ਼ਰ, ਅਸੀਂ ਇਸੇ ਰੀਤੀ ਨਾਲ ਪ੍ਰਾਰਥਨਾ ਕਰ ਸਕੀਏ, ਅਸੀਂ ਸਮਝ ਸਕੀਏ ਕਿ ਤੂੰ ਸਾਡਾ ਪਿਤਾ ਆ, ਸਾਡਾ ਰਿਸ਼ਤਾ ਤੇਰੇ ਨਾਲ ਕੀ ਆ, ਤੇਰਾ ਰਿਸ਼ਤਾ ਸਾਡੇ ਨਾਲ ਕੀ ਆ। ਅਤੇ ਪ੍ਰਭੂ ਸੱਚਮੁੱਚ ਜਦੋਂ ਅਸੀਂ ਤੇਰੇ ਅੱਗੇ ਪ੍ਰਾਰਥਨਾ ਕਰਦੇ, ਤੂੰ ਸਾਡੀਆਂ ਪ੍ਰਾਰਥਨਾ ਨੂੰ ਸੁਣਨ ਵਾਲਾ ਪਰਮੇਸ਼ਰ ਹੈ, ਤੂੰ ਸਾਡੀਆਂ ਪ੍ਰਾਰਥਨਾ ਨੂੰ ਸੁਣਦਾ ਹੈ ਅਤੇ ਉੱਤਰ ਦਿੰਦਾ ਹੈ, ਅਤੇ ਤੇਰਾ ਨਾਮ ਮੁਬਾਰਕ ਹੈ ਪ੍ਰਭੂ। ਅਸੀਂ ਸਾਰੀ ਮਹਿਮਾ ਅੱਜ ਦੀ ਸਟੱਡੀ ਦੇ ਦੁਆਰਾ ਤੁਹਾਡੇ ਨਾਮ ਨੂੰ ਦਿੰਦੇ ਪਿਤਾ। ਜਿੰਨਾ ਕੁਝ ਅਸੀਂ ਸਿੱਖਿਆ ਪਿਤਾ ਮੇਰੇ ਪਰਮੇਸ਼ਰ, ਜਿੰਨਾ ਕੁਝ ਤੁਹਾਡੇ ਬੱਚਿਆਂ ਨੇ ਸਿੱਖਿਆ, ਸ਼ੈਤਾਨ ਇਹਨਾਂ ਦੇ ਜੀਵਨਾਂ ਦੇ ਵਿੱਚ ਚਰਾ ਨਾ ਪਾਏ ਪਿਤਾ। ਅਤੇ ਮੈਂ ਪ੍ਰਾਰਥਨਾ ਕਰਦਾ ਕਿ ਸ਼ੈਤਾਨ ਇਹਨਾਂ ਨੂੰ ਪਰੀਖਿਆ ਦੇ ਵਿੱਚ, ਪ੍ਰਲੋਭਨ ਦੇ ਵਿੱਚ ਨਾ ਸਿੱਟ ਪਾਏ ਪਿਤਾ ਮੇਰੇ ਪਰਮੇਸ਼ਰ। ਇਹ ਸਦਾ ਤੁਹਾਡੇ ਨਾਲ ਜੁੜੇ ਰਹਿਣਾ ਅਤੇ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਰਹਿਣਾ, ਆਪਣੇ ਕੰਮਾਂ ਦੇ ਦੁਆਰਾ, ਆਪਣੇ ਜੀਵਨ ਦੇ ਦੁਆਰਾ, ਆਪਣੀਆਂ ਗੱਲਾਂ ਦੇ ਦੁਆਰਾ, ਅਤੇ ਤੁਹਾਡੇ ਨਾਮ ਨੂੰ ਮਹਿਮਾ ਮਿਲਦੀ ਰਹੇ। ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ ਆਮੀਨ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਅਤੇ ਵੀਡੀਓਜ਼ ਨੂੰ ਲਾਈਕ ਕਰਨ ਦੇ ਲਈ, ਸ਼ੇਅਰ ਕਰਨ ਦੇ ਲਈ, ਅਤੇ ਦੂਸਰੇ ਲੋਕਾਂ ਤਾਈਂ ਪਹੁੰਚਾਉਣ ਦੇ ਲਈ ਮੈਂ ਤੁਹਾਡਾ ਥੈਂਕ ਯੂ ਕਰਦਾ ਹਾਂ। ਅਤੇ ਇਸ ਮਿਨਿਸਟਰੀ ਦਾ ਹਿੱਸਾ ਹੋਣ ਦੇ ਲਈ, ਇਸ ਮਿਨਿਸਟਰੀ ਦੇ ਨਾਲ ਜੁੜਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ, ਥੈਂਕ ਯੂ ਕਰਦਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਪ੍ਰਭੂ ਤੁਹਾਨੂੰ ਸੰਭਾਲ ਕੇ ਰੱਖੇ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਆਸ਼ੀਸ਼ਿਤ ਕਰੇ, ਆਮੀਨ।